Good morning, students. In this lecture, we discuss chapter number 12 Monopoly. So, what is monopoly? The term monopoly is derived from the Greek word monopoly, which means exclusive sale. Thus, pure monopoly is a market structure in which a single firm is the sole producer of a product and for which there are no close substitutes. Monopoly ਉਸ ਫਾਰਮ ਆਫ ਮਾਰਕੀਟ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਿਸੇ ਪ੍ਰੋਡਕਟ ਦਾ ਸਿਰਫ ਇੱਕ ਹੀ ਸਿੰਗਲ ਫਰਮ ਹੁੰਦੀ ਹੈ ਜੋ ਕਿ ਉਸ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਦੀ ਆ ਅਤੇ ਉਸ ਦਾ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੁੰਦਾ। ਦੈਟ ਮੀਨਸ ਕਿ ਉਸ ਪ੍ਰੋਡਕਟ ਦਾ ਹੋਰ ਕੋਈ ਫਰਮ ਪ੍ਰੋਡਕਸ਼ਨ ਨਹੀਂ ਕਰਦੀ। Since the monopolistic is the only seller in the market, it has neither rivals nor direct competition. That means ਕਿ monopolistic form of market ਦੇ ਵਿੱਚ ਇੱਕ ਪ੍ਰੋਡਕਟ ਦਾ ਜਿਹੜਾ ਪ੍ਰੋਡਕਸ਼ਨ ਕਰਦਾ ਉਹਦਾ ਸਿਰਫ ਇੱਕ ਹੀ ਸੈਲਰ ਹੁੰਦਾ ਆ। ਇਸ ਕਰਕੇ ਨਾ ਤਾਂ ਉਸਦੀ ਕੋਈ ਰਾਈਵਲ ਹੁੰਦਾ ਆ ਮਾਰਕੀਟ ਦੇ ਵਿੱਚ ਅਤੇ ਨਾ ਹੀ ਉਸਦਾ ਕੋਈ ਕੰਪੀਟੀਸ਼ਨ ਹੁੰਦਾ ਆ। ਜਿਸ ਕਾਰਨ ਜਿਹੜਾ ਕੋਮੋਡਿਟੀ ਦਾ ਸੇਲਰ ਕਿਉਂਕਿ ਉਹ ਇਕੱਲਾ ਹੀ ਸੇਲਰ ਹੁੰਦਾ ਆ ਉਸ ਦਾ ਜਿਹੜਾ ਪ੍ਰਾਈਸ ਦੇ ਉੱਪਰ ਫੁੱਲ ਕੰਟਰੋਲ ਹੁੰਦਾ ਆ। ਫੋਰ ਐਗਜ਼ਾਮਪਲ you get your electricity supply from one agency, that is state electricity board, and you travel by railway train owned by run by government of India। ਇਹ ਸਾਰੀਆਂ ਐਗਜ਼ਾਮਪਲਸ ਕੀ ਆ ਮੋਨੋਪਲੀ ਦੀਆਂ। Furthermore, no other seller can enter the market, that means ਕੋਈ ਹੋਰ ਸੇਲਰ ਇਸ ਮਾਰਕੀਟ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਮੋਨੋਪਲੀ ਫਾਰਮ ਆਫ ਮਾਰਕੀਟ ਦੇ ਵਿੱਚ ਫਰਮਸ ਅਤੇ ਇੰਡਸਟਰੀ ਦੇ ਵਿੱਚ ਕੋਈ ਵੀ ਡਿਸਟਿੰਕਸ਼ਨਸ ਨਹੀਂ ਹੁੰਦਾ। ਦ ਫਰਮ ਇਜ਼ ਦ ਇੰਡਸਟਰੀ ਸਿੰਸ ਇਟ ਇਜ਼ ਦ ਓਨਲੀ ਪ੍ਰੋਡਿਊਸਰ ਇਨ ਦ ਮਾਰਕੀਟ। ਫਰਮ ਨੂੰ ਹੀ ਇੰਡਸਟਰੀ ਕਿਹਾ ਜਾਂਦਾ ਆ ਕਿਉਂਕਿ ਇਹ ਸਿਰਫ ਇਕੱਲੀ ਪ੍ਰੋਡਿਊਸਰ ਹੁੰਦੀ ਆ ਮਾਰਕੀਟ ਦੇ ਵਿੱਚ ਜੋ ਕਿ ਉਸ ਗੁੱਡਸ ਦਾ ਪ੍ਰੋਡਕਸ਼ਨ ਕਰਦੀ ਆ। ਸਿੰਸ ਦ ਮੋਨੋਪਲਿਸਟਿਕ ਇਜ਼ ਦ ਪ੍ਰਾਈਜ਼ ਮੇਕਰ, ਇਸ ਲਈ ਜਿਹੜਾ ਮੋਨੋਪਲਿਸਟਿਕ ਹੁੰਦਾ ਆ ਉਹ ਕੀ ਹੁੰਦਾ ਪ੍ਰਾਈਜ਼ ਮੇਕਰ ਹੁੰਦਾ ਆਪਣੇ ਪ੍ਰੋਡਕਟ ਦਾ। ਬਟ ਪਰਫੈਕਟ ਕੰਪੀਟੀਸ਼ਨ ਵਿੱਚ ਜਿਵੇਂ ਕਿ ਅਸੀਂ ਪੜ੍ਹਿਆ ਸੀ ਕਿ ਇੱਕ ਫਰਮਸ ਕੀ ਹੁੰਦੀਆਂ ਪ੍ਰਾਈਜ਼ ਟੇਕਰ ਹੁੰਦੀਆਂ, ਬਟ ਮੋਨੋਪਲਿਸਟਿਕ ਕੀ ਹੁੰਦਾ ਪ੍ਰਾਈਜ਼ ਮੇਕਰ। ਜਿਹੜਾ ਪ੍ਰਾਈਜ਼ ਉਹ ਡਿਟਰਮਿਨ ਕਰਦਾ ਹੈ ਦੈਨ ਉਹ ਪ੍ਰਾਈਜ਼ ਡਿਟਰਮਿਨ ਕਰਦੀ ਹੈ ਕਿ ਹਾਊ ਮਚ ਹੀ ਇਜ਼ ਏਬਲ ਟੂ ਸੈਲ ਐਂਡ ਇਟਸ ਡਿਮਾਂਡ ਕਰਵ ਸਲੋਪ ਡਾਊਨਵਰਡ ਟੂ ਦੀ ਰਾਈਟ। ਜਿਹੜੀ ਮੋਨੋਪਲਿਸਟਿਕ ਦੀ ਡਿਮਾਂਡ ਕਰਵ ਹੁੰਦੀ ਆ ਉਹ ਕੀ ਆ ਡਾਊਨਵਰਡ ਟੂ ਰਾਈਟ ਨੂੰ ਸਲੋਪ ਹੁੰਦੀ ਉਸਦੀ। ਬਟ ਪਰਫੈਕਟ ਕੰਪੀਟੀਸ਼ਨ ਵਿੱਚ ਕੀ ਹੁੰਦੀ ਆ ਪਰਫੈਕਟ ਕੰਪੀਟੀਸ਼ਨ ਵਿੱਚ ਬਿਲਕੁਲ ਹੋਰੀਜ਼ੋਂਟਲ ਹੁੰਦੀ ਸੀ ਐਂਡ ਇਸ 'ਤੇ ਮੋਨੋਪਲਿਸਟਿਕ ਫਾਰਮ ਆਫ ਮਾਰਕੀਟ ਦੇ ਵਿੱਚ ਜਿਹੜੀ ਡਿਮਾਂਡ ਕਰਵ ਹੁੰਦੀ ਉਹ ਡਾਊਨਵਰਡ ਹੁੰਦੀ ਆ। So according to Professor Ferguson, a pure monopoly exists when there is only one producer in a market. There are no direct competitors। ਕਿ ਪਿਓਰ ਮੋਨੋਪਲੀ ਕਦੋਂ ਐਗਜ਼ਿਸਟ ਕਰਦੀ ਆ ਕਿ ਜਦੋਂ ਕਿਸੇ ਗੁੱਡਸ ਦਾ ਮਾਰਕੀਟ ਦੇ ਵਿੱਚ ਸਿਰਫ ਇੱਕ ਹੀ ਪ੍ਰੋਡਿਊਸਰ ਹੁੰਦਾ ਆ ਅਤੇ ਉਸ ਦਾ ਕਿਸੇ ਹੋਰ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ, ਡਾਇਰੈਕਟ ਕੰਪੀਟੀਸ਼ਨ ਨਹੀਂ ਹੁੰਦਾ ਕਿ ਕੋਈ ਵੀ ਹੋਰ ਫਰਮ ਉਸ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਉਸ ਚੀਜ਼ ਦਾ ਪ੍ਰੋਡਕਸ਼ਨ ਕਰਨ ਦੇ ਲਈ। ਲਾਈਕ ਇਲੈਕਟ੍ਰੀਸਿਟੀ ਬੋਰਡ ਆ ਸਿਰਫ ਅਸੀਂ ਸਟੇਟ ਇਲੈਕਟ੍ਰੀਸਿਟੀ ਬੋਰਡ ਤੋਂ ਹੀ ਪਰਚੇਜ਼ ਕਰ ਸਕਦੇ, ਕਿਸੇ ਹੋਰ ਤੋਂ ਨਹੀਂ ਕਰ ਸਕਦੇ ਨਾ ਪ੍ਰਾਈਵੇਟ। ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ ਮੋਨੋਪਲੀ ਫਾਰਮ ਆਫ ਮਾਰਕੀਟ ਜਿਸ ਵਿੱਚ ਸਿਰਫ ਇੱਕ ਹੀ ਸੇਲਰ ਹੁੰਦਾ ਹੈ ਗੁੱਡਸ ਦਾ। Next is characteristics or assumptions of monopoly. First point is one seller and large number of buyers। monopoly form of market ਦੇ ਵਿੱਚ ਸਿਰਫ ਇੱਕ ਪ੍ਰੋਡਿਊਸਰ ਹੁੰਦਾ ਹੈ ਜੋ ਕਿ ਕੋਮੋਡਿਟੀ ਦਾ ਪ੍ਰੋਡਕਸ਼ਨ ਕਰਦਾ ਆ, ਬਟ ਜਿਹੜੇ ਬਾਇਰਸ ਹੁੰਦੇ ਆ ਉਹ ਲਾਰਜ ਨੰਬਰਸ ਵਿੱਚ ਹੁੰਦੇ ਆ। ਲਾਈਕ ਇਲੈਕਟ੍ਰੀਸਿਟੀ ਬੋਰਡ ਆ ਜਿਸ ਤੋਂ ਅਸੀਂ ਇਲੈਕਟ੍ਰੀਸਿਟੀ ਦੀ ਸਪਲਾਈ ਕਰਦੇ ਆ, ਬਟ ਬਾਇਰਸ ਕੰਜ਼ਿਊਮਰਸ ਤਾਂ ਬਹੁਤ ਜ਼ਿਆਦਾ ਨਾ ਉਸ 'ਤੇ, ਇਸ ਲਈ ਮੋਨੋਪਲੀ ਫਾਰਮ ਆਫ ਮਾਰਕੀਟ ਦੇ ਵਿੱਚ ਸਿਰਫ ਇੱਕ ਸੇਲਰ ਹੁੰਦਾ ਹੈ ਅਤੇ ਲਾਰਜ ਨੰਬਰ ਆਫ ਬਾਇਰਸ ਹੁੰਦੇ ਆ ਗੁੱਡਸ ਦੇ। ਬਾਇਰਸ ਸਿਰਫ ਸੇਲਰ ਇੱਕ ਹੁੰਦਾ, ਬਾਇਰਸ ਬਹੁਤ ਜ਼ਿਆਦਾ ਹੁੰਦੇ ਆ। ਇਸ ਕਾਰਨ ਜਿਹੜੇ ਬਾਇਰਸ ਆ ਉਹ ਪ੍ਰੋਡਕਟ ਦੀ ਜਿਹੜੀ ਪ੍ਰਾਈਜ਼ ਨੂੰ ਹੈ ਇਨਫਲੂਐਂਸ ਨਹੀਂ ਕਰ ਸਕਦੇ, ਬਟ ਸੇਲਰ ਉਹ ਪ੍ਰੋਡਕਟ ਦੀ ਪ੍ਰਾਈਜ਼ ਨੂੰ ਅਫੈਕਟ ਕਰ ਸਕਦਾ ਕਿਉਂਕਿ ਬਾਇਰਸ ਬਹੁਤ ਜ਼ਿਆਦਾ ਅਗਰ ਵਿੱਚੋਂ ਥੋੜ੍ਹੇ ਜਿਹੇ ਉਸ ਚੀਜ਼ ਨੂੰ ਪਰਚੇਜ਼ ਕਰਨਾ ਘੱਟ ਵੀ ਕਰ ਦੂੰਗੇ ਦੈਨ ਉਸਦੀ ਸੇਲ 'ਤੇ ਇੰਨਾ ਜ਼ਿਆਦਾ ਇਫੈਕਟ ਨਹੀਂ ਪਏਗਾ, ਠੀਕ ਹੈ ਸੇਲਰ ਦੀ। ਬਟ ਸਿਰਫ ਸੇਲਰ ਇੱਕ ਹੀ ਆ, ਅਗਰ ਉਹ ਆਪਣੀ ਸਪਲਾਈ ਨੂੰ ਕੁਛ ਵੀ ਘੱਟ ਕਰੇਗਾ ਦੈਨ ਆਟੋਮੈਟਿਕਲੀ ਗੁੱਡਸ ਦੀ ਪ੍ਰਾਈਸ 'ਤੇ ਇਫੈਕਟ ਪਏਗਾ। ਇਸ ਲਈ ਜਿਹੜਾ ਪ੍ਰਾਈਸ 'ਤੇ ਇਫੈਕਟ ਜ਼ਿਆਦਾ ਕੀ ਪਏਗਾ ਬਾਇਰਸ ਇੰਨਾ ਜ਼ਿਆਦਾ ਇਨਫਲੂਐਂਸ ਨਹੀਂ ਕਰੇਗੇ ਜਿੰਨਾ ਸੇਲਰ ਇਨਫਲੂਐਂਸ ਕਰਦਾ ਹੈ। ਨੈਕਸਟ ਇਜ਼ ਮੋਨੋਪਲੀ ਇਜ਼ ਆਲਸੋ ਐਨ ਇੰਡਸਟਰੀ। Under monopoly situation, there is only one firm and the difference between firm and industry disappears. There is no difference between the study of a firm and industry। ਮੋਨੋਪਲੀ ਸਿਚੁਏਸ਼ਨ ਦੇ ਵਿੱਚ ਸਿਰਫ ਇੱਕ ਹੀ ਫਰਮ ਹੁੰਦੀ ਆ
ਐਂਡ ਫਰਮਸ ਤੇ ਇੰਡਸਟਰੀ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੁੰਦਾ, ਇਸ ਲਈ ਫਰਮਸ ਨੂੰ ਹੀ ਇੰਡਸਟਰੀ ਕਿਹਾ ਜਾਂਦਾ ਆ। ਬਿਕੋਜ਼ ਸਿਰਫ ਇੱਕ ਫਰਮਸ ਹੀ ਹੁੰਦੀ ਆ ਜਿਹੜੀ ਉਸ ਗੁਡਸ ਦਾ ਪ੍ਰੋਡਕਸ਼ਨ ਕਰਦੀ ਆ, ਬਟ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਸੀ, ਬਹੁਤ ਸਾਰੀਆਂ ਫਰਮਸ ਹੁੰਦੀਆਂ ਜਿਹੜੀਆਂ ਕਿ ਹੋਮੋਜੀਨੀਅਸ ਗੁਡਸ ਦਾ ਪ੍ਰੋਡਕਸ਼ਨ ਕਰਦੀਆਂ, ਉਹਨਾਂ ਸਾਰੀਆਂ ਫਰਮਸ ਦੇ ਗਰੁੱਪ ਨੂੰ ਇੰਡਸਟਰੀ ਕਿਹਾ ਜਾਂਦਾ ਸੀ। ਬਟ ਮੋਨੋਪਲੀ ਦੇ ਵਿੱਚ ਇੱਕ ਹੀ ਫਰਮ ਹੁੰਦੀ ਹੈ, ਉਸ ਨੂੰ ਹੀ ਇੰਡਸਟਰੀ ਕਿਹਾ ਜਾਂਦਾ ਹੈ। Now third point is restrictions on the entry of the new firms. Under monopoly, there are some restrictions on the entry of new firms into monopoly industry. These barriers may take several forms as patent rights, government law, economies of scale, etc. There is no competitor of a monopoly firm. Monopoly form of market ਦੇ ਵਿੱਚ ਨਿਊ ਫਰਮਸ ਦੀ ਐਂਟਰੀ 'ਤੇ ਰਿਸਟ੍ਰਿਕਸ਼ਨਸ ਹੁੰਦੀ ਆ, ਪਰ ਜਿਵੇਂ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਲੌਂਗ ਰਨ ਦੇ ਵਿੱਚ ਕੋਈ ਵੀ ਫਰਮ ਐਂਟਰ ਵੀ ਕਰ ਸਕਦੀ ਸੀ ਅਤੇ ਐਗਜ਼ਿਟ ਵੀ ਕਰ ਸਕਦੀ ਸੀ, ਬਟ ਮੋਨੋਪਲੀ ਦੇ ਵਿੱਚ ਕੋਈ ਵੀ ਫਰਮਸ ਐਂਟਰ ਨਹੀਂ ਕਰ ਸਕਦੀ, ਉਸ 'ਤੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਸੀ। ਇਹ ਬੈਰੀਅਰਸ ਕਿਵੇਂ ਹੋ ਸਕਦੇ ਸੀ, ਲਾਈਕ ਪੈਟੈਂਟਸ ਰਾਈਟਸ ਉਹ ਲੈਣੇ ਪੈਂਦੇ ਹੁੰਦੇ ਸੀ, ਗਵਰਨਮੈਂਟਸ ਲਾਅ ਹੋ ਗਿਆ ਜਾਂ ਇਕੋਨਮੀਜ਼ ਆਫ ਸਕੇਲ ਹੋ ਗਿਆ ਐਕਸੈਕਟਰਾ। ਇਹਨਾਂ ਸਾਰਿਆਂ ਦੇ ਕਾਰਨ ਜਿਹੜਾ ਮੋਨੋਪਲੀ ਫਾਰਮ ਦੇ ਵਿੱਚ ਕੰਪੀਟੀਟਰ ਘੱਟ ਸੀਗੇ। In the words of J.S. Baines, a firm assumes monopoly situation when it has no close rival. Next is no close substitution. The commodity produced by the firm should have no close substitute, otherwise the monopolistic will not be able to determine the price of its commodity as per his discretion. ਨੋ ਕਲੋਜ਼ ਸਬਸਟੀਟਿਊਟਸ ਦਾ ਮਤਲਬ ਆ ਕਿ ਇੱਕ ਫਰਮ ਜਿਸ ਕੋਮੋਡਿਟੀ ਦਾ ਪ੍ਰੋਡਕਸ਼ਨ ਕਰਦੀ ਆ, ਉਸ ਕੋਮੋਡਿਟੀ ਦਾ ਪ੍ਰੋਡਕਸ਼ਨ ਕਰਨ ਵਾਲੀ ਕੋਈ ਵੀ ਹੋਰ ਫਰਮ ਮਾਰਕੀਟ ਦੇ ਵਿੱਚ ਐਗਜ਼ਿਟ ਨਹੀਂ ਆ। ਇਸ ਕਰਕੇ ਮੋਨੋਪਲੀ ਮਾਰਕੀਟ ਸਿਚੁਏਸ਼ਨ ਦੇ ਵਿੱਚ ਜਿਹੜੀ ਕੋਮੋਡਿਟੀ ਦਾ ਪ੍ਰੋਡਕਸ਼ਨ ਕਰਨ ਵਾਲੀ ਸਿਰਫ ਇੱਕ ਹੀ ਫਰਮ ਹੁੰਦੀ ਆ, ਉਸ ਕੋਮੋਡਿਟੀ ਦਾ ਪ੍ਰੋਡਕਸ਼ਨ ਕਰਨ ਵਾਲੀ ਹੋਰ ਕੋਈ ਵੀ ਫਰਮ ਮਾਰਕੀਟ ਦੇ ਵਿੱਚ ਨਹੀਂ ਹੁੰਦੀ। ਅਗਰ ਮਾਰਕੀਟ ਦੇ ਵਿੱਚ ਕੋਈ ਹੋਰ ਫਰਮਸ ਹੋਣਗੀਆਂ ਦੈਨ ਜਿਹੜੀ monopolistic will not be able to determine the price of its commodity as per his discretion. Next is price maker. ਇੱਕ ਜਿਹੜਾ monopolistic ਹੁੰਦਾ ਆ ਉਹ ਕੀ ਹੁੰਦਾ, ਪ੍ਰਾਈਸ ਮੇਕਰ ਹੁੰਦਾ ਆ। A price maker is one who has got control over the supply of the product. ਪ੍ਰਾਈਸ ਮੇਕਰ ਉਸ ਨੂੰ ਕਿਹਾ ਜਾਂਦਾ ਹੈ ਜਿਸ ਦਾ ਪ੍ਰੋਡਕਟ ਦੀ ਸਪਲਾਈ ਦੇ ਉੱਪਰ ਪੂਰਾ ਕੰਟਰੋਲ ਹੁੰਦਾ ਆ। ਐਂਡ ਇੱਕ ਜਿਹੜਾ ਮੋਨੋਪਲਿਸਟਿਕ ਹੁੰਦਾ ਆ ਉਸ ਦਾ ਕੋਮੋਡਿਟੀ ਦੀ ਸਪਲਾਈ ਦੇ ਉੱਪਰ ਫੁੱਲ ਕੰਟਰੋਲ ਹੁੰਦਾ ਆ। ਔਨ ਦਾ ਅਦਰ ਹੈਂਡ ਲਾਰਜ ਨੰਬਰ ਆਫ ਬਾਇਰਸ ਹੁੰਦੇ ਆ, ਬਟ ਦਾ ਜਿਹੜੀ ਡਿਮਾਂਡ ਆਫ ਏ ਸਿੰਗਲ ਬਾਇਰਸ, ਦੈਟ ਮੀਨਸ ਕਿ ਅਗਰ ਸਿੰਗਲ ਬਾਇਰਸ ਆਪਣੀ ਡਿਮਾਂਡ ਵਿੱਚ ਕੋਈ ਕਮੀ ਜਾਂ ਇਨਕਰੀਜ਼ ਕਰਦਾ ਦੈਨ ਉਸ ਦੇ ਨਾਲ ਜਿਹੜੀ ਟੋਟਲ ਮਾਰਕੀਟ ਡਿਮਾਂਡ 'ਤੇ ਇੰਨਾ ਜ਼ਿਆਦਾ ਇਫੈਕਟ ਨਹੀਂ ਪੈਂਦਾ, ਕਿਉਂਕਿ ਬਾਇਰਸ ਬਹੁਤ ਜ਼ਿਆਦਾ ਹੁੰਦੇ ਆ ਉਸ ਕੋਮੋਡਿਟੀ ਦੇ। ਅਗਰ ਇੱਕ ਬਾਇਰਸ ਜਾਂ ਥੋੜ੍ਹੇ ਬਾਇਰਸ ਦੀ ਡਿਮਾਂਡ ਵਿੱਚ ਚੇਂਜ ਹੋਣ ਦੇ ਨਾਲ ਪ੍ਰੋਡਕਟ ਦੀ ਜਾਂ ਕੋਮੋਡਿਟੀ ਦੀ ਡਿਮਾਂਡ ਉੱਪਰ ਇੰਨਾ ਜ਼ਿਆਦਾ ਇਫੈਕਟ ਨਹੀਂ ਪੈਂਦਾ। ਹੈਂਸ ਦਾ ਬਾਇਰ ਹੈਵ ਟੂ ਪੇ ਦਾ ਸੇਮ ਪ੍ਰਾਈਸ ਐਜ਼ ਫਿਕਸਡ ਬਾਈ ਦੀ ਮੋਨੋਪਲਿਸਟਿਕ। ਇਸ ਕਰਕੇ ਬਾਇਰਸ ਨੂੰ ਪ੍ਰਾਈਸ ਪੇ ਕਰਨੀ ਪੈਂਦੀ ਹੈ ਜਿਹੜੀ ਕਿ ਮੋਨੋਪਲਿਸਟਿਕ ਨੇ ਫਿਕਸ ਕੀਤੀ ਹੁੰਦੀ ਹੈ। ਇਨ ਅਦਰ ਵਰਡਸ ਜਿਹੜੀ ਪ੍ਰਾਈਸ ਆਫ ਦੀ ਕੋਮੋਡਿਟੀ ਆ ਉਸ ਦੇ ਉੱਪਰ ਮੋਨੋਪਲਿਸਟਿਕ ਦਾ ਫੁੱਲ ਕੰਟਰੋਲ ਹੁੰਦਾ ਆ। ਇਨ ਕੇਸ ਅਗਰ ਮੋਨੋਪਲਿਸਟਿਕ ਆਪਣੀ ਸਪਲਾਈ ਨੂੰ ਇਨਕਰੀਜ਼ ਕਰਦਾ ਹੈ ਕੋਮੋਡਿਟੀ ਦੀ, ਦੈਨ ਪ੍ਰਾਈਸ ਕੀ ਕਰ ਜਾਂਦੀ ਆ, ਫੋਲ ਕਰਦੀ ਆ। ਅਗਰ ਉਹ ਰਿਡਿਊਸ ਕਰਦਾ ਹੈ ਆਪਣੀ ਸਪਲਾਈ ਨੂੰ ਦੈਨ ਕੀ ਪ੍ਰਾਈਸ ਕੀ ਕਰ ਜਾਂਦੀ ਆ, ਇਨਕਰੀਜ਼ ਕਰਨ ਲੱਗ ਜਾਂਦੀ ਆ। ਨੈਕਸਟ ਇਜ਼ ਪ੍ਰਾਈਸ ਡਿਸਕ੍ਰਿਮੀਨੇਸ਼ਨ। A monopolistic may be able to charge different prices for the same product from different consumer. Thus, monopolistic can practice price discrimination. ਪ੍ਰਾਈਸ ਡਿਸਕ੍ਰਿਮੀਨੇਸ਼ਨ ਕੀ ਹੁੰਦਾ ਆ ਕਿ ਜਦੋਂ ਇੱਕ ਮੋਨੋਪਲਿਸਟਿਕ ਸੇਮ ਪ੍ਰੋਡਕਟ ਦੀ ਡਿਫਰੈਂਟ ਪ੍ਰਾਈਸ ਚਾਰਜ ਕਰਦਾ ਹੈ ਡਿਫਰੈਂਟ ਕੰਜ਼ਿਊਮਰਸ ਤੋਂ ਜਾਂ ਕਸਟਮਰਸ ਤੋਂ, ਉਸਨੂੰ ਕੀ ਕਿਹਾ ਜਾਂਦਾ ਹੈ, ਪ੍ਰਾਈਸ ਡਿਸਕ੍ਰਿਮੀਨੇਸ਼ਨ। ਜਿਹੜਾ ਪ੍ਰਾਈਸ ਡਿਸਕ੍ਰਿਮੀਨੇਸ਼ਨ ਆ ਉਹ ਮੋਨੋਪਲਿਸਟਿਕ ਫਾਰਮ ਆਫ ਮਾਰਕੀਟ ਦੇ ਵਿੱਚ ਹੀ ਪੋਸੀਬਲ ਆ। Last point is absence of supply curve. The monopolistic does not have a supply curve independent of demand. The monopolistic simultaneously examines demand and cost when deciding how much to produce and what to change.
ਇਨ ਸ਼ੋਰਟ ਜਿਹੜੇ ਇੱਕ ਮੋਨੋਪਲਿਸਟਿਕ ਹੁੰਦਾ ਆ ਉਹ ਕੀ ਹੁੰਦਾ ਪ੍ਰਾਈਸ ਮੇਕਰ ਹੁੰਦਾ ਆ ਬਿਕੋਜ਼ ਕਿਉਂਕਿ ਉਹਦਾ ਗੁੱਡਸ ਦੀ ਜਿਹੜੀ ਪ੍ਰਾਈਸ ਦੇ ਉੱਪਰ ਕੰਪਲੀਟਲੀ ਕੰਟਰੋਲ ਹੁੰਦਾ ਆ। ਇਟ ਇਜ਼ ਬਿਕੋਜ਼ ਕਿਉਂਕਿ ਜਿਹੜਾ ਮੋਨੋਪਲਿਸਟਿਕ ਹੁੰਦਾ ਆ ਉਹ ਪ੍ਰੋਡਕਟ ਦਾ ਸਿਰਫ ਇੱਕ ਸਿੰਗਲ ਸੇਲਰ ਹੁੰਦਾ ਆ ਬਟ ਉਸ ਪ੍ਰੋਡਕਟ ਦੇ ਖਰੀਦਣ ਵਾਲੇ ਬਾਇਰਸ ਬਹੁਤ ਜ਼ਿਆਦਾ ਹੁੰਦੇ ਆ ਅਤੇ ਉਸ ਪ੍ਰੋਡਕਟ ਦੇ ਕੋਈ ਵੀ ਕਲੋਜ਼ ਸਬਸਟੀਟਿਊਟਸ ਨਹੀਂ ਹੁੰਦਾ। ਦੈਟ ਮੀਨਸ ਕਿ ਉਸ ਪ੍ਰੋਡਕਟ ਨੂੰ ਪ੍ਰੋਡਕਸ਼ਨ ਕਰਨ ਵਾਲਾ ਹੋਰ ਕੋਈ ਵੀ ਫਰਮ ਜਾਂ ਸੇਲਰ ਨਹੀਂ ਹੁੰਦਾ ਬਿਕੋਜ਼ ਕਿਉਂਕਿ ਬਹੁਤ ਸਾਰੀਆਂ ਲੀਗਲ ਅਤੇ ਨੈਚੁਰਲ ਅਤੇ ਟੈਕਨੀਕਲ ਬੈਰੀਅਰਸ ਹੁੰਦੇ ਆ ਨਿਊ ਫਰਮਸ ਨੂੰ ਮਾਰਕੀਟ ਦੇ ਵਿੱਚ ਐਂਟਰ ਕਰਨ ਦੇ ਲਈ ਇਨ ਦੀ ਫੋਰਮ ਆਫ ਮੋਨੋਪਲੀ ਮਾਰਕੀਟ ਵਿੱਚ।